Attention Outlook। जिस प्रकार ਆਪਾਂ ਪਿਛਲੇ ਅੰਗ ਦੀ ਬਾਣੀ ਦੇ ਵਿੱਚ ਗੱਲ ਕੀਤੀ ਸੀ ਕਿ ਹਰ ਇਨਸਾਨ ਦੇ ਵਿੱਚ ਗੁਣ ਵੀ ਹੁੰਦੇ ਨੇ, ਔਗਣ ਵੀ ਹੁੰਦੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 374ਵੇਂ ਅੰਗ ਤੇ ਵਿਰਾਜਮਾਨ ਪਹਿਲੇ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਕੁਝ ਉਸ ਪ੍ਰਕਾਰ ਦੀ ਹੀ ਗੱਲ ਕਰਦੇ ਨੇ। ਜੀਵ ਇਸਤਰੀ ਦੀ ਉਦਾਹਰਣ ਹੈ, ਉਹਦੇ ਗੁਣ ਦੱਸੇ ਗਏ ਨੇ। ਬਹੁਤ ਸਾਰੇ ਗੁਣ ਨੇ, ਪਰ ਕੁਝ ਕੁ ਔਗਣ ਵੀ ਨੇ। ਉਹ ਕੁਝ ਕੁ ਔਗਣ ਬਹੁਤ ਸਾਰੇ ਗੁਣਾਂ ਤੇ ਕਿਵੇਂ ਭਾਰੀ ਪੈ ਜਾਂਦੇ ਨੇ, ਇਹ ਆਪਾਂ ਅੱਜ ਦੀ ਬਾਣੀ ਦੇ ਵਿੱਚ ਜਾਣਾਂਗੇ। ਦੂਸਰੇ ਸ਼ਬਦ ਦੇ ਵਿੱਚ ਸਾਨੂੰ ਗੁਰੂ ਸਾਹਿਬ ਵੱਖ-ਵੱਖ ਤਰੀਕਿਆਂ ਦੇ ਨਾਲ ਮਨੁੱਖ ਕਿਵੇਂ ਆਤਮਿਕ ਮੌਤ ਸਹੇੜਦਾ ਹੈ, ਇਹ ਦੱਸਦੇ ਹਨ। ਤੀਸਰੇ ਸ਼ਬਦ ਦੇ ਵਿੱਚ ਸਰੀਰਕ ਮਾਣ ਤੇ ਕਟਾਕਸ਼ ਕਰਦੇ ਹਨ। ਚੌਥਾ ਅਤੇ ਆਖਰੀ ਸ਼ਬਦ ਜੋ ਅੱਜ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਨਾ ਹੈ, ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਭੂ ਨਾਲੋਂ ਵਿਛੋੜੇ ਦੇ ਦਰਦ ਦਾ ਵਖਿਆਨ ਕਰਦੇ ਨੇ। ਸੋ ਵੀਡੀਓ ਨੂੰ ਅੰਤ ਤੱਕ ਵੇਖਣ ਦੀ ਜ਼ਰੂਰ ਕਿਰਪਾਲਤਾ ਕਰਿਓ। ਜੇ ਚੰਗੀ ਲੱਗੀ ਹੋਵੇ ਤੇ ਅੱਗੇ ਲੋਕਾਂ ਦੇ ਤੱਕ ਵੀ ਜ਼ਰੂਰ ਪਹੁੰਚਾ ਦਿਓ। ਆਓ ਸ਼ੁਰੂ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 374ਵੇਂ ਅੰਗ ਦੀ ਬਾਣੀ ਦੀ ਵਿਆਖਿਆ। ਆਸਾ ਮਹਿਲਾ ਪੰਜਵਾਂ ਪੰਚਪਦੇ। ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮੰਨੀਐ ਪਾਤ। ਨੀਕੀ ਤੋਂ ਭਾਵ ਹੈ ਚੰਗੀ, ਸੋਹਣੀ। ਜੀਵ ਇਸਤਰੀ ਦੀ ਉਦਾਹਰਣ ਹੈ। ਜੀਵ ਇਸਤਰੀ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਹੇ ਜੀਵ ਇਸਤਰੀ, ਪਹਿਲਾਂ ਤਾਂ ਤੇਰੀ ਚੰਗੀ ਜਾਤ ਹੈ। ਇੱਥੇ ਜਾਤ, ਚੰਗੀ ਜਾਤ ਮਨੁੱਖੇ ਜਾਤ ਨੂੰ ਕਿਹਾ ਹੈ। ਮਨੁੱਖਾਂ ਦੇ ਵਿੱਚ ਵੱਖ-ਵੱਖ ਜਾਤੀਆਂ ਜੋ ਬਣਾ ਲਈਆਂ ਗਈਆਂ ਨੇ, ਉਹਨਾਂ ਦੇ ਵਿੱਚੋਂ ਕਿਸੇ ਨੂੰ ਚੰਗੀ ਜਾਤੀ ਨਹੀਂ ਕਿਹਾ। ਜੀਵ ਇਸਤਰੀ ਮਨੁੱਖ ਜਾਤੀ ਦੇ ਨਾਲ ਸੰਬੰਧ ਰੱਖਦੀ ਹੈ। ਸੋ ਮਨੁੱਖ ਜਾਤੀ ਨੂੰ ਨੀਕੀ ਜਾਤ ਜਾਣੀ ਚੰਗੀ ਸੋਹਣੀ ਜਾਤ ਕਿਹਾ ਗਿਆ। ਕਿਸਮ ਕਿ ਹੇ ਜੀਵ ਇਸਤਰੀ, ਵੇਖ ਪਹਿਲਾਂ ਤਾਂ ਤੇਰੀ ਮਨੁੱਖਾ ਜਨਮ ਵਾਲੀ ਚੰਗੀ ਜਾਤ ਹੈ। ਦੁਤੀਆ ਤੇਰੀ ਮੰਨੀਐ ਪਾਂਤ, ਦੂਜੇ ਤੇਰੀ ਖਾਨਦਾਨੀ ਵੀ ਮੰਨੀ ਜਾਂਦੀ ਹੈ। ਤ੍ਰਿਤੀਆ ਤੇਰਾ ਸੁੰਦਰ ਥਾਨ, ਤੀਜੇ ਨੰਬਰ ਤੇ ਤੇਰਾ ਸਰੀਰ ਬੜਾ ਸੋਹਣਾ ਹੈ। ਬਿਗੜ ਰੂਪ ਮਨ ਮੈਂ ਅਭਿਮਾਨ, ਪਰ ਤੇਰਾ ਰੂਪ ਕੋਝਾ ਹੋ ਜਾਂਦਾ। ਇਹ ਸੋਹਣਾ ਰੂਪ ਵੀ ਕੋਝਾ ਹੋ ਜਾਂਦਾ ਕਿਉਂਕਿ ਤੇਰੇ ਮਨ ਵਿੱਚ ਹੰਕਾਰ ਹੈ। ਸੋਹਣੀ ਸਰੂਪ ਸੁਜਾਨ ਵਿੱਚ ਖਨ, ਅਤ ਗਰਭ ਹੈ ਮੋਹੇ ਫਾਕੀ ਤੂੰ ਰਹਾ। ਹੇ ਜੀਵ ਇਸਤਰੀ, ਤੂੰ ਵੇਖਣ ਨੂੰ ਸੋਹਣੀ ਹੈ, ਰੂਪ ਵਾਲੀ ਹੈ, ਸਿਆਣੀ ਵੀ ਹੈ, ਚਤੁਰ ਵੀ ਹੈ, ਪਰ ਤੂੰ ਬੜੇ ਹੰਕਾਰ ਅਤੇ ਮੋਹ ਵਿੱਚ ਫਸੀ ਪਈ ਹੈ। ਅਤ ਸੂਚੀ ਤੇਰੀ ਪਾਕਸ਼ਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ। ਪਾਕਸ਼ਾਲ ਤੋਂ ਭਾਵ ਰਸੋਈ। ਗੁਰੂ ਸਾਹਿਬ ਕਹਿੰਦੇ ਹੇ ਜੀਵ ਇਸਤਰੀ, ਤੇਰੀ ਰਸੋਈ ਵੀ ਬੜੀ ਸੁੱਚੀ ਤੇ ਸੁਥਰੀ ਹੈ। ਮਨੁੱਖ ਇੱਕ ਅਜਿਹੀ ਪ੍ਰਜਾਤੀ ਹੈ ਜੋ ਸਾਫ਼ ਸਫਾਈ ਦਾ ਧਿਆਨ ਰੱਖਦੀ ਹੈ। ਸਾਨੂੰ ਹੁੰਦਾ ਹੈ ਕਿ ਸਾਡਾ ਘਰ-ਬਾਰ, ਸਾਡਾ ਵਿਹੜਾ, ਸਾਡੀ ਰਸੋਈ, ਸਾਡੇ ਕਮਰੇ ਸਾਫ਼ ਸੁਥਰੇ ਹੋਣ। ਬਾਕੀ ਦੇ ਜੋ ਜੀਵ ਹਨ, ਉਹਨਾਂ ਨੂੰ ਇਹਨਾਂ ਗੱਲਾਂ ਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਘੱਟੋ ਘੱਟ ਚੇਤਨ ਤੌਰ ਤੇ ਨਹੀਂ। ਉਹਨਾਂ ਨੂੰ ਜਿਵੇਂ ਜਿਹੋ ਜਿਹਾ ਵੀ ਜੋ ਕੁਝ ਮਿਲ ਜਾਂਦਾ ਹੈ, ਉਹ ਉਵੇਂ ਖਾ ਲੈਂਦੇ ਨੇ। ਉਹਨਾਂ ਨੂੰ ਢਿੱਡ ਭਰਨ ਤੱਕ ਮਤਲਬ ਹੁੰਦਾ। ਸੋ ਕਿਉਂਕਿ ਪਹਿਲੀਆਂ ਪੰਕਤੀਆਂ ਦੇ ਵਿੱਚ ਜਾਤੀ ਦੀ ਗੱਲ ਕੀਤੀ ਸੀ, ਇੱਥੇ ਹੋਰ ਸਪਸ਼ਟ ਹੋ ਜਾਂਦੀ ਹੈ ਗੱਲ ਕਿ ਉੱਥੇ ਮਨੁੱਖ ਜਾਤੀ ਦੀ ਹੀ ਗੱਲ ਹੋ ਰਹੀ ਸੀ। ਮਨੁੱਖੀ ਜਾਤੀ ਦੇ ਵਿੱਚ ਅੱਗੇ ਜੋ ਜਾਤੀਆਂ ਬਣੀਆਂ, ਉਹਨਾਂ ਦੀ ਗੱਲ ਨਹੀਂ ਸੀ ਹੋ ਰਹੀ। ਸੋ ਅਤ ਸੂਚੀ ਤੇਰੀ ਪਾਕਸ਼ਾਲ, ਕਿ ਹੇ ਜੀਵ ਇਸਤਰੀ, ਤੇਰੀ ਰਸੋਈ ਬੜੀ ਸੁੱਚੀ ਹੈ, ਸੁਥਰੀ ਹੈ। ਕਰ ਇਸ਼ਨਾਨ ਪੂਜਾ ਤਿਲਕ ਲਾਲ, ਤੂੰ ਇਸ਼ਨਾਨ ਕਰਕੇ ਪੂਜਾ ਵੀ ਕਰ ਸਕਦੀ ਹੈ, ਮੱਥੇ ਉੱਤੇ ਲਾਲ ਤਿਲਕ ਵੀ ਲਾ ਲੈਂਦੀ ਹੈ। ਕੱਲੀ ਗਰਭ ਹੈ ਮੁਖ ਗੋਬੈ ਗਿਆਨ, ਗੋਬੈ ਤੋਂ ਭਾਵ ਉਚਾਰਨ। ਤੂੰ ਗੱਲਾਂ ਨਾਲ ਆਪਣਾ ਆਪ ਜਿਤਾ ਵੀ ਲੈਂਦੀ ਹੈ। ਜੋ ਤੇਰੇ ਅੰਦਰ ਹੰਕਾਰ ਹੈ, ਜੋ ਤੂੰ ਆਪਣੇ ਆਪ ਤੇ ਮਾਣ ਕਰਦੀ ਹੈ, ਗੱਲੀ ਗਰਭ ਹੈ ਭਾਵ ਕਿ ਉਸ ਮਾਣ ਨੂੰ ਤੂੰ ਜਗਤ ਦੇ ਵਿੱਚ ਦਿਖਾਉਂਦੀ ਵੀ ਹੈ। ਇਹ ਗੱਲ ਤੂੰ ਵਿਖਾਉਂਦੀ ਹੈ ਕਿ ਤੈਨੂੰ ਕਿੰਨਾ ਆਪਣੇ ਆਪ ਤੇ ਮਾਣ ਹੈ।
ਮੁਖ ਗੋਬੈ ਗਿਆਨ, ਆਪਣੇ ਮੁਖ ਤੋਂ ਤੂੰ ਗਿਆਨ ਦੀਆਂ ਗੱਲਾਂ ਵੀ ਕਰ ਸਕਦੀ ਹੈ। ਸਭ ਵਿਦ ਖੋਈ ਲੋਭ ਸੁਹਾਨ, ਪਰ ਇਹਨਾਂ ਸਾਰੇ ਕਾਸੇ ਦਾ ਫਾਇਦਾ ਕੀ? ਕੁੱਤੇ ਲੋਭ ਨੇ ਤੇਰੀ ਹਰੇਕ ਕਿਸਮ ਦੀ ਵਡਿਆਈ ਗਵਾ ਦਿੱਤੀ ਹੈ। ਵਡਿਆਈਆਂ ਹਨ ਤੇਰੇ 'ਚ, ਗੁਣ ਹਨ ਤੇਰੇ 'ਚ, ਪਰ ਜਿਹੜੇ ਹੰਕਾਰ ਅਤੇ ਲੋਭ ਰੂਪੀ ਔਗਣ ਨੇ ਉਹ ਤੇਰੀਆਂ ਵਡਿਆਈਆਂ ਨੂੰ ਫਿੱਕਿਆਂ ਪਾ ਦਿੰਦੇ ਨੇ। ਕਾਪਰ ਪਹਿਰੈ ਭੋਗੈ ਭੋਗ, ਆਚਾਰ ਕਰੈ ਸ਼ੋਭਾ ਮਹਿ ਲੋਕ। ਹੇ ਜੀਵ ਇਸਤਰੀ, ਤੂੰ ਸੋਹਣੇ ਕੱਪੜੇ ਪਹਿਨਦੀ ਹੈ, ਦੁਨੀਆ ਦੇ ਸਾਰੇ ਭੋਗ ਭੋਗਦੀ ਹੈ। ਜਗਤ ਵਿੱਚ ਸ਼ੋਭਾ ਖੱਟਣ ਲਈ ਤੂੰ ਅਤਰ, ਚੰਦਨ ਤੇ ਹੋਰ ਅਨੇਕਾਂ ਸੁਗੰਧੀਆਂ ਵੀ ਵਰਤਦੀ ਹੈ। ਚੋਆ ਚੰਦਨ ਸੁਗੰਧ ਵਿਸਥਾਰ, ਪਰ ਸੰਗੀ ਖੋਟਾ ਕ੍ਰੋਧ ਚੰਡਾਲ। ਪਰ ਚੰਡਾਲ ਕ੍ਰੋਧ ਤੇਰਾ ਭੈੜਾ ਸਾਥੀ ਹੈ, ਖੋਟਾ ਸੰਗੀ ਹੈ। ਅਵਰ ਜੋਨ ਤੇਰੀ ਪਨਹਾਰੀ, ਪਨਹਾਰੀ ਤੋਂ ਭਾਵ ਪਾਣੀ ਭਰਨ ਵਾਲੀ, ਸੇਵਕਾ। ਬਾਕੀ ਦੀਆਂ ਜੋ ਜਾਤੀਆਂ ਹਨ ਤੇਰੀਆਂ ਸੇਵਕਾਂ ਹਨ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਸ ਧਰਤੀ ਦੇ ਉੱਪਰ ਤੇਰੀ ਸਰਦਾਰੀ ਹੈ। ਮਨੁੱਖ ਜਾਤੀ ਬਾਕੀ ਸਾਰੇ ਪਸ਼ੂ ਪੰਛੀਆਂ ਜੀਵਾਂ ਦੇ ਵਿੱਚੋਂ ਪ੍ਰਮੁੱਖ ਮੰਨੀ ਜਾਂਦੀ ਹੈ। ਤਰੱਕੀ ਬਹੁਤ ਕਰ ਲਈ ਹੈ ਮਨੁੱਖੀ ਜਾਤੀ ਨੇ। ਐਸ ਪ੍ਰਕਾਰ ਦੇ ਢੰਗ ਤਰੀਕੇ ਇਜਾਦ ਕਰ ਲਏ ਨੇ ਕਿ ਦੂਜੀਆਂ ਪ੍ਰਜਾਤੀਆਂ ਨੂੰ ਪਲਾਂ ਦੇ ਵਿੱਚ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ ਮਨੁੱਖੀ ਪ੍ਰਜਾਤੀ। ਇਸੇ ਕਰਕੇ ਧਰਤੀ ਦੇ ਉੱਪਰ ਮਨੁੱਖੀ ਪ੍ਰਜਾਤੀ ਦੀ ਸਰਦਾਰੀ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ। ਸੋਇਨਾ ਰੂਪਾ ਤੁਝ ਪਹਿ ਦਾਮ, ਸੀਲ ਵਿਗਾਰਿਓ ਤੇਰਾ ਕੰਮ। ਤੇਰੇ ਕੋਲ ਸੋਨਾ ਹੈ, ਚਾਂਦੀ ਹੈ, ਧਨ ਪਦਾਰਥ ਹੈ। ਹੋਰਨਾਂ ਜੂਨਾਂ ਦੇ ਪਾਸ ਇਹ ਚੀਜ਼ਾਂ ਨਹੀਂ ਹਨ, ਪਰ ਕਾਮ ਵਾਸ਼ਨਾ ਨੇ ਤੇਰਾ ਸੁਭਾਅ ਵਿਗਾੜ ਦਿੱਤਾ ਹੋਇਆ ਹੈ। ਸੀਲ ਵਿਗਾਰਿਓ ਤੇਰਾ ਕੰਮ। ਜਾ ਕੋ ਦ੍ਰਿਸ਼ਟ ਮਾਇਆ ਹਰ ਰਾਏ, ਸਾਬੰਦੀ ਤੇ ਲਈ ਛਡਾਏ। ਹੁਣ ਤੱਕ ਦੀਆਂ ਪੰਕਤੀਆਂ ਦੇ ਵਿੱਚ ਜੀਵ ਇਸਤਰੀ ਦੇ ਗੁਣ ਵੀ ਦੱਸੇ ਗਏ, ਵਡਿਆਈਆਂ ਵੀ ਦੱਸੀਆਂ ਗਈਆਂ, ਤੇ ਨਾਲ ਨਾਲ ਹੰਕਾਰ, ਲੋਭ, ਕ੍ਰੋਧ, ਕਾਮ ਆਦਿਕ ਵਿਕਾਰਾਂ ਦੇ ਵਿੱਚ ਉਹ ਗ੍ਰਸਤ ਹੈ, ਇਹ ਵੀ ਦੱਸਿਆ ਗਿਆ। ਤੇ ਇਹ ਵਾਲੀ ਜੋ ਪੰਕਤੀ ਹੈ, ਜਾ ਕੋ ਦ੍ਰਿਸ਼ਟ ਮਾਇਆ ਹਰ ਰਾਏ, ਸਾਬੰਦੀ ਤੇ ਲਈ ਛਡਾਏ। ਇਹ ਨਾਨਕ, ਜਿਸ ਜੀਵ ਇਸਤਰੀ ਉੱਤੇ ਪ੍ਰਭੂ ਪਾਤਸ਼ਾਹ ਦੀ ਮਿਹਰ ਦੀ ਨਜ਼ਰ ਪੈਂਦੀ ਹੈ, ਉਸ ਨੂੰ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦੀ ਕੈਦ ਤੋਂ ਛਡਾ ਲੈਂਦਾ ਹੈ। ਸਾਧ ਸੰਗ ਮਿਲ ਹਰ ਰਸ ਪਾਇਆ, ਕਉ ਨਾਨਕ ਸਫਲ ਓ ਕਾਇਆ। ਜਿਸ ਸਰੀਰ ਨੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ, हे ਨਾਨਕ ਆਖ ਉਹੀ ਸਰੀਰ ਕਾਮਯਾਬ ਹੈ। ਸਭ ਰੂਪ ਸਭ ਸੁਖ ਬਨੇ ਸੁਹਾਗਨ, ਅਤ ਸੁੰਦਰ ਵਿੱਚ ਖਨ ਤੂੰ। ਰਹਾਉ ਦੂਜਾ। हे ਜੀਵ ਇਸਤਰੀ, ਜੇ ਤੂੰ ਪ੍ਰਭੂ ਪਤੀ ਵਾਲੀ ਬਣ ਜਾਏ ਤਾਂ ਸਾਰੇ ਸੁਹਜ ਤੇ ਸਾਰੇ ਸੁੱਖ ਜੋ ਤੈਨੂੰ ਮਿਲੇ ਹੋਏ ਨੇ ਉਹ ਤੈਨੂੰ ਫੱਬ ਜਾਣ। ਤੂੰ ਸੱਚਮੁੱਚ ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਏ। ਆਸਾ ਮਹਿਲਾ ਪੰਜਵਾਂ, ਇੱਕ ਤੁਕੇ ਦੋ। ਜੀਵਤ ਦੀਸੈ ਤਿਸ ਸਰ ਪਰ ਮਰਨਾ, ਮੂਆ ਹੋਵੈ ਤਿਸ ਨਿਹਚਲ ਰਹਿਣਾ। ਸਧਾਰਨ ਭਾਸ਼ਾ ਦੇ ਵਿੱਚ ਇਹਨਾਂ ਪੰਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਲੱਗਦਾ ਹੈ ਕਿਹਾ ਗਿਆ ਕਿ ਜੋ ਜਿਉਂਦਾ ਦਿਸਦਾ ਹੈ ਉਹਨੇ ਜ਼ਰੂਰ ਮਰ ਜਾਣਾ ਹੈ, ਤੇ ਜੋ ਮਰਿਆ ਹੋਇਆ ਹੈ ਉਹਨੇ ਅਟਲ ਰਹਿਣਾ ਹੈ। ਪਰ ਇੱਥੇ ਸਰੀਰਕ ਜੀਵਨ ਜਾਂ ਸਰੀਰਕ ਮੌਤ ਦੀ ਗੱਲ ਨਹੀਂ ਹੋ ਰਹੀ ਹੈ, ਇੱਥੇ ਆਤਮਿਕ ਜੀਵਨ ਤੇ ਆਤਮਿਕ ਮੌਤ ਦੀ ਹੀ ਗੱਲ ਹੋ ਰਹੀ ਹੈ। ਜੋ ਮਾਇਆ ਦੇ ਮੋਹ ਦੇ ਵਿੱਚ ਮਸਤ ਹੋ ਕੇ ਆਪਣੇ ਆਪ ਨੂੰ ਜਿਉਂਦਾ ਸਮਝਦਾ ਹੈ, ਉਹਨੂੰ ਆਤਮਿਕ ਮੌਤ ਅੱਜ ਨਹੀਂ ਆਈ ਤੇ ਕੱਲ੍ਹ ਜ਼ਰੂਰ ਆ ਜਾਣੀ। ਆਤਮਿਕ ਮੌਤ ਜਦੋਂ ਇਨਸਾਨ ਦੁਖੀ ਹੈ, ਚਿੰਤਤ ਹੈ, ਚਿੰਤਾਵਾਂ ਦੇ ਵਿੱਚ ਘਿਰਿਆ ਹੋਇਆ, ਉਹ ਆਤਮਿਕ ਮੌਤ ਹੈ। ਜਦੋਂ ਉਹਨੂੰ ਲੱਗਦਾ ਹੈ ਕਿ ਉਹਦਾ ਕੋਈ ਵੱਸ ਨਹੀਂ ਚੱਲ ਰਿਹਾ, ਉਹ ਚਾਹ ਕੇ ਵੀ ਖੁਸ਼ ਨਹੀਂ ਹੋ ਪਾ ਰਿਹਾ, ਉਹ ਆਤਮਿਕ ਮੌਤ ਹੈ। ਮਾਇਆ ਦੇ ਵਿੱਚ ਜਦ ਤੱਕ ਉਹ ਮਸਤ ਹੈ, ਖੁਸ਼ ਹੈ, ਜੀਵਤ ਹੈ, ਇਹ ਗੱਲ ਉਹਦੇ ਚਿੱਤ ਚੇਤੇ ਵੀ ਨਹੀਂ
ਕਿ ਇਸੇ ਮਾਇਆ ਦੇ ਕਾਰਨ ਹੀ ਕੱਲ ਨੂੰ ਉਹ ਚਿੰਤਤ ਵੀ ਹੋਏਗਾ, ਦੁਖੀ ਵੀ ਹੋਏਗਾ, ਬੇਵੱਸ ਵੀ ਮਹਿਸੂਸ ਕਰੇਗਾ, ਡਰੇਗਾ ਵੀ। ਇਹ ਸਾਰੇ ਜੋ ਅਹਿਸਾਸ ਨੇ, ਇਹ ਆਤਮਿਕ ਮੌਤ ਦੀਆਂ ਨਿਸ਼ਾਨੀਆਂ ਨੇ। ਸੋ ਜੋ ਅੱਜ ਮਾਇਆ ਦੇ ਵਿੱਚ ਮਸਤ ਹੋ ਕੇ ਜਿਉਂਦਾ ਦਿਸਦਾ ਹੈ, ਕੱਲ ਨੂੰ ਉਹਨੇ ਆਤਮਿਕ ਮੌਤੇ ਮਰ ਵੀ ਜਾਣਾ ਹੈ। ਤੇ ਜੋ ਮਾਇਆ ਦੇ ਮੋਹ ਵੱਲੋਂ ਮਰ ਚੁੱਕਿਆ ਹੈ, ਮੂਆ ਹੋਵੈ, ਤਿਸ ਨਿਹਚਲ ਰਹਿਣਾ, ਉਹਨੇ ਸਦਾ ਅਟਲ ਹੀ ਰਹਿਣਾ। ਉਹਨੂੰ ਕੋਈ ਦੁੱਖ ਤਕਲੀਫ, ਕੋਈ ਚਿੰਤਾ, ਕੋਈ ਝੋਰਾ, ਕੋਈ ਡਰ ਕਦੇ ਸਤਾ ਹੀ ਨਹੀਂ ਸਕਦਾ। ਜੀਵਤ ਮੋਏ ਮੋਏ ਸੇ ਜੀਵੇ, ਹਰ ਹਰ ਨਾਮ ਅਵਖਦ ਮੁਖ ਪਾਇਆ, ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ। ਜੀਵਤ ਮੋਏ, ਜੋ ਆਪਣੇ ਆਪ ਨੂੰ ਮਾਇਆ ਦੇ ਵਿੱਚ ਮਸਤ ਕਰਕੇ ਜਿਉਂਦਾ ਸਮਝਦੇ ਨੇ, ਉਹ ਆਤਮਿਕ ਮੌਤੇ ਮਰੇ ਹੋਏ ਨੇ। ਮੋਏ ਸੇ ਜੀਵੇ, ਤੇ ਜਿਹੜੇ ਮਾਇਆ ਵੱਲੋਂ ਮਰੇ ਹੋਏ ਨੇ, ਉਹ ਅਸਲ ਦੇ ਵਿੱਚ ਜੀਵਤ ਨੇ, ਜਿਉਂ ਰਹੇ ਨੇ, ਆਤਮਿਕ ਜੀਵਨ ਵਾਲੇ ਨੇ। ਪਰਮਾਤਮਾ ਦੇ ਨਾਮ ਰੂਪੀ ਦਵਾਈ ਜਿਸ ਨੇ ਆਪਣੇ ਮੂੰਹ ਦੇ ਵਿੱਚ ਪਾ ਕੇ ਚੱਖ ਲਈ, ਹਰ ਹਰ ਨਾਮ ਅਵਖਦ ਮੁਖ ਪਾਇਆ, ਗੁਰ ਸ਼ਬਦੀ ਰਸ ਅੰਮ੍ਰਿਤ ਪੀਵੈ। ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਉਹਨਾਂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀ ਲਿਆ। ਕਾਚੀ ਮਟਕੀ ਬਿਨਸ ਬਿਨਾਸਾ, ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ। ਜਿਵੇਂ ਕੱਚਾ ਘੜਾ ਜ਼ਰੂਰ ਨਾਸ ਹੋ ਜਾਂਦਾ ਹੈ, ਤਿਵੇਂ ਮਾਇਆ ਨਾਲੋਂ ਵੀ ਸਾਥ ਆਖਰ ਨੂੰ ਜ਼ਰੂਰ ਟੁੱਟਦਾ ਹੈ। ਮਾਇਆ ਦੇ ਵਿੱਚ ਮਸਤ ਹੋ ਕੇ ਖੁਸ਼ ਰਹਿਣਾ ਆਤਮ ਹੱਤਿਆ ਹੈ, ਕਿਉਂਕਿ ਇਹ ਸਾਥ ਕੱਚੇ ਘੜੇ ਵਰਗਾ ਹੈ। ਜਿਵੇਂ ਕੱਚਾ ਘੜਾ ਖੁਰ ਜਾਂਦਾ ਹੈ, ਇਸ ਸਾਥ ਨੇ ਵੀ ਖੁਰ ਜਾਣਾ ਹੈ, ਫਿਰ ਬੰਦਾ ਪਛਤਾਉਂਦਾ ਹੈ। ਜਿਸ ਛੂਟੈ ਤ੍ਰਿਕੁਟੀ, ਜਿਸ ਨੇ ਤਿੰਨ ਗੁਣੀ ਮਾਇਆ ਛੱਡ ਦਿੱਤੀ, ਮਾਇਆ ਦਾ ਮੋਹ ਛੱਡ ਦਿੱਤਾ, ਮਾਇਆ ਦੇ ਮੋਹ ਕਾਰਨ ਜੋ ਖਿਜਨੋਂ ਹਟ ਗਿਆ, ਜਿਹਦੇ ਮੱਥੇ ਤੋਂ ਤਿਉੜੀਆਂ ਹਟ ਗਈਆਂ, ਤ੍ਰਿਕੁਟੀ ਤੋਂ ਭਾਵ ਤਿਉੜੀ, ਉਸ ਦਾ ਨਿਵਾਸ ਨਿਜ ਘਰ ਦੇ ਵਿੱਚ, ਜਾਣੀ ਪ੍ਰਭੂ ਚਰਨਾਂ ਦੇ ਵਿੱਚ ਹੋ ਜਾਂਦਾ ਹੈ। ਤਿਸ ਨਿਜ ਘਰ ਵਾਸਾ। ਉੱਚਾ ਚੜ੍ਹੇ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਹੇ ਭਾਈ, ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਮਸਤ ਹੋ ਕੇ ਆਪਣੇ ਆਪ ਨੂੰ ਉੱਚਾ ਸਮਝਦਾ ਫਿਰਦਾ, ਉੱਚਾ ਸਿਰ ਕਰੀ ਰੱਖਦਾ, ਆਕੜਿਆ ਫਿਰਦਾ, ਉਹ ਆਤਮਿਕ ਮੌਤ ਦੇ ਟੋਏ ਵਿੱਚ ਜਾ ਪੈਂਦਾ। ਤੇ ਜਿਹੜਾ ਮਨੁੱਖ ਸਦਾ ਨਿਮਰਤਾ ਧਾਰਦਾ, ਉਹਨੂੰ ਆਤਮਿਕ ਮੌਤ ਪੋ ਵੀ ਨਹੀਂ ਸਕਦੀ। ਭ੍ਰਮਤ ਫਿਰੇ ਤਿਨ ਕਿਛੂ ਨਾ ਪਾਇਆ, ਸੇ ਅਸਥਿਰ ਜਿਨ ਗੁਰ ਸ਼ਬਦ ਕਮਾਇਆ। ਜੋ ਮਾਇਆ ਦੀ ਭਟਕਣਾ ਦੇ ਵਿੱਚ ਭਟਕਦੇ ਫਿਰਦੇ ਰਹੇ, ਉਹ ਕੁਝ ਵੀ ਹਾਸਲ ਨਹੀਂ ਕਰ ਪਾਉਂਦੇ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ, ਉਹ ਮਾਇਆ ਦੇ ਮੋਹ ਵੱਲੋਂ ਅਡੋਲ ਚਿੱਤ ਹੋ ਗਏ। ਜਿਉ ਪਿੰਡ ਸਭ ਹਰ ਕਾ ਮਾਲ, ਨਾਨਕ ਗੁਰ ਮਿਲ ਭਏ ਨਿਹਾਲ। ਇਹ ਨਾਨਕ, ਜਿਨ੍ਹਾਂ ਮਨੁੱਖਾਂ ਨੇ ਇਹ ਜਿੰਦ ਤੇ ਸਰੀਰ ਸਭ ਕੁਝ ਪਰਮਾਤਮਾ ਦੀ ਦਿੱਤੀ ਹੋਈ ਦਾਤ ਸਮਝ ਲਈ, ਉਹ ਗੁਰੂ ਨੂੰ ਮਿਲ ਕੇ ਸਦਾ ਖਿੜੇ ਮੱਥੇ ਵਾਲੇ ਹੋ ਜਾਂਦੇ ਹਨ। ਉਹਨਾਂ ਦੇ ਮੱਥਿਆਂ ਤੋਂ ਤਿਉੜੀ ਮੁੱਕ ਜਾਂਦੀ ਹੈ। ਆਸਾ ਮਹਿਲਾ ਪੰਜਵਾਂ। ਪੁੱਤਰੀ ਤੇਰੀ ਬਿਦ ਕਰ ਥਾਟੀ, ਜਾਨ ਸੱਤ ਕਰ ਹੋਏਗੀ ਮਾਟੀ। ਇਹ ਗੱਲ ਠੀਕ ਹੈ ਕਿ ਪ੍ਰਮਾਤਮਾ ਨੇ ਤੇਰਾ ਸਰੀਰ ਬੜੀ ਸਿਆਣਪ ਨਾਲ ਬਣਾਇਆ, ਪਰ ਇਹ ਗੱਲ ਵੀ ਸੱਚ ਕਰਕੇ ਜਾਣ ਕਿ ਇਸ ਸਰੀਰ ਨੇ ਮਿੱਟੀ ਹੋ ਜਾਣਾ ਹੈ। ਮੂਲ ਸੰਭਾਲੋ ਅਚੇਤ ਗਵਾਰਾ, ਇਤਨੇ ਕੋ ਤੁਮ ਕਿਆ ਗਰਬੇ ਰਹਾਓ। ਇਹ ਗਾਫਲ ਜੀਵ, ਮੂਰਖ ਜੀਵ, ਜਿਸ ਤੋਂ ਤੂੰ ਪੈਦਾ ਹੋਇਆ ਹੈ, ਉਸ ਮੂਲ ਨੂੰ, ਉਸ ਮੁੱਢ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਇਸ ਹੋਸ਼ੀ ਪਾਇਆਂ ਵਾਲੇ ਸਰੀਰ ਦੀ ਖਾਤਰ ਕੀ ਮਾਣ ਕਰਦਾ ਹੈ। ਤੀਨ ਸੇਰ ਕਾ ਦਿਹਾੜੀ ਮਹਿਮਾਨ, ਅਵਰ ਵਸਤ ਤੁਝ ਪਾਹੇ ਅਮਾਨ। ਤੂੰ ਜਗਤ ਵਿੱਚ ਇੱਕ ਪ੍ਰਾਹੁਣਾ ਹੈ, ਜਿਸ ਨੂੰ ਰੋਜ਼ ਦਾ 3 ਸੇਰ ਕੱਚਾ ਆਟਾ ਆਦਿਕ ਮਿਲਦਾ ਹੈ। ਹੋਰ ਸਾਰੀ ਚੀਜ਼ ਤੇਰੇ ਪਾਸ ਅਮਾਨਤ ਵਾਂਗ ਹੀ ਪਈ ਹੈ। ਜੋ ਕੁਝ ਵੀ ਸਾਡੇ ਕੋਲ ਹੈ, ਪਰਮਾਤਮਾ ਵੱਲੋਂ ਸਾਨੂੰ ਦਿੱਤੀ ਹੋਈ ਅਮਾਨਤ ਹੈ, ਸਾਡਾ ਨਹੀਂ ਹੈ। ਅਸੀਂ ਤੇ ਇੱਥੇ ਪ੍ਰਾਹੁਣੇ, ਮਹਿਮਾਨ ਇਸ ਜਗਤ ਦੇ ਵਿੱਚ। ਬਿਸ਼ਟਾ ਅਸਤ ਰਕਤ ਪਰੇਟੇ ਜਾਮ, ਇਸ ਉੱਪਰ ਲੈ ਰਾਖਿਓ ਗੁਮਾਨ। ਇਹ ਜੋ ਤੇਰਾ ਸਰੀਰ ਹੈ, ਇਹਦੇ ਵਿੱਚ ਗੰਧ ਹੈ, ਹੱਡੀਆਂ ਨੇ, ਲਹੂ ਹੈ ਤੇ ਚੰਮ ਨੇ ਇਸ ਸਾਰੇ ਕਾਸੇ ਨੂੰ ਉੱਪਰੋਂ ਦੀ ਲਪੇਟਿਆ ਹੋਇਆ ਹੈ। ਤੇ ਤੂੰ
ਇਸੇ ਦਾ ਹੀ ਮਾਣ ਕਰੀ ਜਾ ਰਿਹਾ ਹੈ। ਏਕ ਵਸਤ ਬੂਝੈ ਤਾਂ ਹੋਵੈ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਜੇ ਤੂੰ ਇੱਕ ਪ੍ਰਭੂ ਦੇ ਨਾਮ ਪਦਾਰਥ ਦੇ ਨਾਲ ਸਾਂਝ ਪਾ ਲਵੇਂ, ਉਹਨੂੰ ਬੁੱਝ ਲਵੇਂ, ਤਾਂ ਪਵਿੱਤਰ ਜੀਵਨ ਵਾਲਾ ਹੋ ਜਾਏ। ਪ੍ਰਭੂ ਦੇ ਨਾਮ ਨਾਲ ਸਾਂਝ ਪਾਉਣ ਤੋਂ ਬਿਨਾਂ ਤੂੰ ਸਦਾ ਹੀ ਅਪਵਿੱਤਰ ਹੈ। ਕਹੋ ਨਾਨਕ ਗੁਰ ਕਉ ਕੁਰਬਾਨ, ਜਿਸ ਤੇ ਪਾਈਐ ਹਰ ਪੁਰਖ ਸੁਜਾਨ। ਹੇ ਨਾਨਕ ਆਖ ਕਿ ਹੇ ਮੂਰਖ ਜੀਵ, ਉਸ ਗੁਰੂ ਤੋਂ ਸਦਕੇ ਹੋ ਜਿਸ ਦੇ ਰਾਹੀਂ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ ਵਿਆਪਕ ਪਰਮਾਤਮਾ ਮਿਲ ਸਕਦਾ ਹੈ। ਆਸਾ ਮਹਿਲਾ ਪੰਜਵਾਂ। ਇੱਕ ਤੁਕੇ ਚੌਪਦੇ, ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ, ਮਨ ਨਾ ਰਹੈ ਕੈਸੇ ਮਿਲੋ ਪਿਆਰੇ। ਹੇ ਭਾਈ, ਦਿਨ ਦੀ ਇੱਕ ਘੜੀ ਵੀ ਪ੍ਰਭੂ ਪਤੀ ਦੇ ਵਿਛੋੜੇ ਵਿੱਚ ਮੈਨੂੰ ਕਈ ਦਿਨਾਂ ਬਰਾਬਰ ਜਾਪਦੀ ਹੈ। ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਮੇਰਾ ਮਨ ਧੀਰਜ ਨਹੀਂ ਫੜਦਾ। ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ ਪਿਆਰੇ ਨੂੰ ਕਿਵੇਂ ਮਿਲਾਂ। ਇੱਕ ਪਲ ਤਿਨਸ ਮੋਕੋ ਕਬੂ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਘਨੇਰੀ, ਕੋਈ ਐਸਾ ਸੰਤ ਮੋਕੋ ਪਿਰੈ ਮਿਲਾਵੈ ਰਹਾਓ। ਹੇ ਭਾਈ, ਪ੍ਰਭੂ ਪਤੀ ਦੇ ਵਿਛੋੜੇ ਵਿੱਚ ਇੱਕ ਪਲ ਵੀ, ਇੱਕ ਦਿਨ ਵੀ ਮੈਨੂੰ ਇਉਂ ਜਾਪਦਾ ਹੈ ਜਿਵੇਂ ਕਦੇ ਮੁੱਕਦਾ ਹੀ ਨਹੀਂ। ਮੇਰੇ ਮਨ ਵਿੱਚ ਬੜੀ ਤਾਂਘ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜਿਹਾ ਸੰਤ ਮਿਲ ਪਏ ਜਿਹੜਾ ਮੈਨੂੰ ਪ੍ਰਭੂ ਪਤੀ ਨਾਲ ਮਿਲਾ ਦੇਵੇ। ਚਾਰ ਪਹਿਰ ਚੌਂ ਜੁਗਾਂ ਸਮਾਨੇ, ਰੈਣ ਭਈ ਤਬ ਅੰਤ ਨਾ ਜਾਣੇ। ਦਿਨ ਦੇ ਚਾਰ ਪਹਿਰ ਵਿਛੋੜੇ ਦੇ ਕਾਰਨ ਮੈਨੂੰ ਚਾਰ ਜੁਗਾਂ ਦੇ ਬਰਾਬਰ ਜਾਪਦੇ ਹਨ। ਜਦੋਂ ਰਾਤ ਆ ਪੈਂਦੀ ਹੈ ਤਾਂ ਉਹ ਮੁੱਕਣ ਦੇ ਵਿੱਚ ਨਹੀਂ ਆਉਂਦੀ। ਪੰਜ ਦੂਤ ਮਿਲ ਪਿਰੋ ਵਿਛੋੜੀ, ਭ੍ਰਮ ਭ੍ਰਮ ਰੋਵੈ ਹਾਥ ਪਛੋੜੀ। ਕਾਮ ਆਦਿਕ ਪੰਜਾਂ ਵੈਰੀਆਂ ਨੇ ਮਿਲ ਕੇ ਜਿਸ ਵੀ ਜੀਵ ਇਸਤਰੀ ਨੂੰ ਪ੍ਰਭੂ ਪਤੀ ਤੋਂ ਵਿਛੋੜਿਆ ਹੈ, ਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛਤਾਉਂਦੀ ਹੈ। ਜਨ ਨਾਨਕ ਕਉ ਹਰ ਦਰਸ਼ ਦਿਖਾਇਆ, ਆਤਮ ਚੀਨ ਪਰਮ ਸੁਖ ਪਾਇਆ। ਹੇ ਦਾਸ ਨਾਨਕ, ਜਿਸ ਜੀਵ ਨੂੰ ਪਰਮਾਤਮਾ ਨੇ ਦਰਸ਼ਨ ਦਿੱਤਾ, ਉਸਨੇ ਆਪਣੇ ਆਤਮਿਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਿਕ ਆਨੰਦ ਪ੍ਰਾਪਤ ਕਰ ਲਿਆ। ਆਓ ਕੋਸ਼ਿਸ਼ ਕਰੀਏ ਅਸੀਂ ਕਾਮ ਆਦਿਕ ਵੈਰੀਆਂ ਤੋਂ ਦੂਰ ਰਹੀਏ ਤਾਂ ਕਿ ਪ੍ਰਭੂ ਦੇ ਨਾਲੋਂ ਸਾਡਾ ਵਿਛੋੜਾ ਨਾ ਪੈ ਜਾਏ, ਤੇ ਪ੍ਰਭੂ ਦੇ ਨਾਲ ਇੰਨਾ ਪਿਆਰ ਵੀ ਪਾ ਲਈਏ ਕਿ ਪ੍ਰਭੂ ਦਾ ਵਿਛੋੜਾ ਸਾਨੂੰ ਬੜਾ ਔਖਾ ਲੱਗੇ। ਪ੍ਰਭੂ ਤੋਂ ਵਿਛੜੇ ਹੋਈਏ ਤਾਂ ਇੱਕ ਪਲ ਵੀ ਸਾਨੂੰ ਇੱਕ ਦਿਨ ਵਰਗਾ ਲੱਗੇ। ਇੰਨਾ ਪ੍ਰੇਮ ਸਾਡਾ ਉਸ ਪਰਮਾਤਮਾ ਦੇ ਨਾਲ ਹੋ ਜਾਏ। ਆਓ ਅਰਦਾਸ ਕਰੀਏ ਉਸ ਪਰਮਾਤਮਾ ਦੇ ਅੱਗੇ, ਸਾਡੇ ਤੇ ਮਿਹਰ ਕਰੋ, ਸਾਡੇ ਦਿਲਾਂ ਦੇ ਅੰਦਰ ਆਪਣੇ ਪ੍ਰਤੀ ਅਥਾਹ ਪਿਆਰ ਉਜਾਗਰ ਕਰੋ ਤੇ ਕਾਮ ਆਦਿਕ ਵੈਰੀਆਂ ਤੋਂ ਸਾਨੂੰ ਬਚਾ ਕੇ ਰੱਖੋ ਤਾਂ ਕਿ ਤੁਸੀਂ ਸਾਡੇ ਤੋਂ ਕਦੇ ਵਿਛੜੋ ਨਾ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਫਤਿਹ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।